ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 223 ਗੌੜੀ ਮਹਿਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ। ਪਰਮਾਤਮਾ ਤੋਂ ਵਿੱਥ ਪਾਉਣ ਵਾਲੀ ਪਰਮਾਤਮਾ ਦੀ ਮਾਇਆ ਹੀ ਹੈ, ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਇਸ ਮਾਇਆ ਤੋਂ ਪੈਦਾ ਹੋਏ ਕਾਮ ਕ੍ਰੋਧ ਅਹੰਕਾਰ ਆਦਿਕ ਵਿਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ਼ ਕਰ ਦਿੰਦੇ ਹਨ। ਦੂਜਾ ਕੌਣ ਕਹਾ ਨਹੀਂ ਕੋਈ, ਕਿਤੇ ਵੀ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰੀ ਹੋਣ ਵਾਲਾ ਮੈਂ ਕੋਈ ਵੀ ਦੱਸ ਨਹੀਂ ਸਕਦਾ। ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਸਾਰੇ ਜੀਵਾਂ ਵਿੱਚ ਇੱਕ ਉਹੀ ਪਰਮਾਤਮਾ ਵਸ ਰਿਹਾ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਦੂਜੀ ਦੁਰਮਤ ਆਖੈ ਦੋਏ। ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ ਮਾਇਆ ਦੇ ਕਾਰਨ ਹੀ ਮਨੁੱਖ ਦੀ ਭੈੜੀ ਮੱਤ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ। ਆਵੈ ਜਾਏ ਮਰ ਦੂਜਾ ਹੋਏ। ਇਸ ਦੁਰਮਤ ਦੇ ਅਸਰ ਹੇਠ ਜੀਵ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਇਸ ਤਰ੍ਹਾਂ ਆਤਮਿਕ ਮੌਤ ਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ। ਧਾਰਨ ਗਗਨ ਨੈ ਦੇਖੂੰ ਦੋਏ। ਪਰ ਮੈਂ ਤਾਂ ਧਰਤੀ ਆਕਾਸ਼ ਵਿੱਚ ਕਿਤੇ ਵੀ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਹਸਤੀ ਨਹੀਂ ਵੇਖਦਾ। ਨਾਰੀ ਪੁਰਖ ਸਵਾਈ ਲੋਏ। ਇਸਤਰੀ ਪੁਰਖ ਵਿੱਚ ਸਾਰੀ ਹੀ ਸ੍ਰਿਸ਼ਟੀ ਵਿੱਚ ਪਰਮਾਤਮਾ ਨੂੰ ਹੀ ਵੇਖਦਾ ਹਾਂ। ਰਬ ਸਸ ਦੇਖੂੰ ਦੀਪਕ ਉਜਿਆਲਾ। ਮੈਂ ਸੂਰਜ ਚੰਦਰਮਾ ਇਹਨਾਂ ਸ੍ਰਿਸ਼ਟੀ ਦੇ ਦੀਵਿਆਂ ਦਾ ਚਾਨਣ ਤੱਕਦਾ ਹਾਂ। ਸਰਬ ਨਿਰੰਤਰ ਪ੍ਰੀਤਮ ਵਾਲਾ। ਸਾਰਿਆਂ ਅੰਦਰ ਇੱਕ ਰਸ ਮੈਨੂੰ ਸਦਾ ਜਵਾਨ ਪ੍ਰੀਤਮ ਪ੍ਰਭੂ ਹੀ ਦਿਸ ਰਿਹਾ ਹੈ। ਕਰ ਕਿਰਪਾ ਮੇਰਾ ਚਿਤ ਲਾਇਆ। ਸਤਿਗੁਰੂ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ। ਸਤਿਗੁਰ ਮੋਹ ਕੋ ਏਕ ਬੁਝਾਇਆ। ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇੱਕ ਪਰਮਾਤਮਾ ਹੀ ਵਸ ਰਿਹਾ ਹੈ। ਏਕ ਨਿਰੰਜਨ ਗੁਰਮੁਖ ਜਾਤਾ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਇੱਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ। ਦੂਜਾ ਮਾਰ ਸ਼ਬਦ ਪਛਾਤਾ। ਅਤੇ ਉਹ ਗੁਰੂ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਪਰਮਾਤਮਾ ਨਾਲੋਂ ਵਖੇਵਾ ਮੁਕਾ ਕੇ ਪਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਹੈ। ਇੱਕੋ ਹੁਕਮ ਵਰਤੈ ਸਭ ਲੋਈ। ਸਾਰੀ ਸ੍ਰਿਸ਼ਟੀ ਵਿੱਚ ਸਿਰਫ ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ। ਏਕ ਤੇ ਸਭ ਉਪਤ ਹੋਈ। ਇੱਕ ਪਰਮਾਤਮਾ ਤੋਂ ਹੀ ਸਾਰੀ ਉਤਪਤੀ ਹੋਈ ਹੈ। ਰਾਹ ਦੋਵੇਂ ਖਸਮ ਏਕੋ ਜਾਣ। ਇੱਕ ਪ੍ਰਭੂ ਤੋਂ ਹੀ ਸਾਰੀ ਉਤਪਤੀ ਹੋਣ 'ਤੇ ਵੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿੱਚ ਦੋਵੇਂ ਰਸਤੇ ਚੱਲ ਪੈਂਦੇ ਹਨ, ਗੁਰਮੁਖਤਾ ਅਤੇ ਦੁਰਮਤ। ਪਰ ਸਭ ਵਿੱਚ ਇੱਕ ਪਰਮਾਤਮਾ ਨੂੰ ਹੀ ਵਰਤਦਾ ਜਾਣ। ਗੁਰ ਕੈ ਸ਼ਬਦ ਹੁਕਮ ਪਛਾਣ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਾਰੇ ਜਗਤ ਵਿੱਚ ਪਰਮਾਤਮਾ ਦਾ ਹੀ ਹੁਕਮ ਚੱਲਦਾ ਪਛਾਣ। ਸਗਲ ਰੂਪ ਵਰਨ ਮਨ ਮਾਹੀ। ਜੋ ਸਾਰੇ ਰੂਪਾਂ ਵਿੱਚ, ਸਾਰੇ ਵਰਨਾਂ ਵਿੱਚ ਤੇ ਸਾਰੇ ਜੀਵਾਂ ਦੇ ਮਨਾਂ ਵਿੱਚ ਵਿਆਪਕ ਹੈ। ਕਹੋ ਨਾਨਕ ਏਕੋ ਸਾਲਾਹੀ। ਹੈ ਨਾਨਕ, ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਹਾਂ। ਗੌੜੀ ਮਹਿਲਾ ਪਹਿਲਾ।
ਅਧਿਆਤਮ ਕਰਮ ਕਰੇ ਤਾਂ ਸੱਚਾ। ਜਦੋਂ ਮਨੁੱਖ ਅਧਿਆਤਮਿਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ ਤਦੋਂ ਹੀ ਸੱਚਾ ਯੋਗੀ ਹੈ। ਮੁਕਤ ਭੇਦ ਕਿਆ ਜਾਣੇ ਕਾਚਾ, ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ 'ਤੇ ਕਮਜ਼ੋਰ ਹੈ ਉਹ ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਦੇ ਭੇਦ ਨੂੰ ਕੀ ਜਾਣ ਸਕਦਾ ਹੈ। ਐਸਾ ਯੋਗੀ ਜੁਗਤ ਵਿਚਾਰੈ। ਅਜਿਹਾ ਬੰਦਾ ਯੋਗੀ ਅਖਵਾਉਣ ਦਾ ਹੱਕਦਾਰ ਹੋ ਜਾ ਸਕਦਾ ਹੈ ਜੋ ਜੀਵਨ ਦੀ ਸਹੀ ਯੁਕਤ ਸਮਝਦਾ ਹੈ। ਪੰਚ ਮਾਰ ਸਾਚ ਉਰ ਧਾਰੈ। ਰਹਾਉ ਉਹ ਜੀਵਨ ਯੁਕਤ ਇਹ ਹੈ ਕਿ ਕਾਮਲਿਕ ਪੰਜ ਵਿਕਾਰਾਂ ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਰਹਾਉ ਜਿਸ ਕੇ ਅੰਤਰ ਸਾਚ ਵਸਾਵੈ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ ਤੇ ਨਾਮ ਵਸਾਉਂਦਾ ਹੈ। ਜੋਗ ਜੁਗਤ ਕੀ ਕੀਮਤ ਪਾਵੈ। ਉਹ ਮਨੁੱਖ ਪ੍ਰਭੂ ਮਿਲਾਪ ਦੀ ਯੁਗਤ ਦੀ ਕਦਰ ਸਮਝਦਾ ਹੈ। ਰਵ ਸਸ ਏਕੋ ਗ੍ਰਹਿ ਉਧਿਆਨੈ। ਤਪਸ ਠੰਡ ਭਾਵ ਕਿਸੇ ਵੱਲੋਂ ਖਰਮਾ ਸਲੂਕ ਤੇ ਕਿਸੇ ਵੱਲੋਂ ਨਿੱਘਾ ਸਲੂਕ। ਘਰ ਜੰਗਲ ਭਾਵ ਘਰ ਵਿੱਚ ਰਹਿੰਦਿਆਂ ਨਿਰਮੋਹ ਰਵੱਈਆ ਉਸ ਨੂੰ ਇੱਕ ਸਮਾਨ ਦਿਸਦੇ ਹਨ। ਕਰਨੀ ਕੀਰਤ ਕਰਮ ਸਮਾਨੈ। ਪਰਮਾਤਮਾ ਦੀ ਸਿਫਤਸਲਾਹ ਰੂਪ ਕਰਨੀ ਉਸ ਦਾ ਸਮਾਨ ਸਾਧਨ ਕਰਮ ਹਨ। ਭਾਵ ਸੁਤੇ ਹੀ ਉਹ ਸਿਫਤਸਲਾਹ ਵਿੱਚ ਜੁੜਿਆ ਰਹਿੰਦਾ ਹੈ। ਏਕ ਸ਼ਬਦ ਇੱਕ ਵਖਾਨਿਆ ਵਿਆਖਿਆ। ਏਕ ਸ਼ਬਦ ਇੱਕ ਭਿਖਿਆ ਮੰਗੈ। ਦਰ ਤਰ ਤੋਂ ਰੋਟੀਆਂ ਮੰਗਣੇ ਤਾਂ ਯੋਗੀ ਗੁਰੂ ਦੇ ਦਰ ਤੋਂ ਪਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਦੀ ਖੈਰ ਮੰਗਦਾ ਹੈ। ਗਿਆਨ ਧਿਆਨ ਯੁਕਤ ਸੱਚ ਜਾਣੈ। ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ। ਉਸ ਦੀ ਉੱਚੀ ਸੁਰਤ ਜਾਗ ਪੈਂਦੀ ਹੈ। ਉਸ ਦੇ ਅੰਦਰ ਸਿਮਰਨ ਰੂਪ ਯੁਕਤ ਜਾਗ ਪੈਂਦੀ ਹੈ। ਪੈ ਰਚ ਰਹੇ ਨਾ ਬਾਹਰ ਜਾਏ। ਉਹ ਯੋਗੀ ਸਦਾ ਪ੍ਰਭੂ ਦੇ ਡਰ ਅਦ ਵਿੱਚ ਲੀਨ ਰਹਿੰਦਾ ਹੈ। ਇਹ ਡਰ ਤੋਂ ਬਾਹਰ ਨਹੀਂ ਜਾਂਦਾ। ਕੀਮਤ ਕੌਣ ਰਹੇ ਲਿਵਲਾਏ। ਅਜਿਹੇ ਯੋਗੀ ਦਾ ਕੌਣ ਮੁੱਲ ਪਾ ਸਕਦਾ ਹੈ। ਉਹ ਸਦਾ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ। ਆਪੇ ਮੇਲੇ ਭਰਮ ਚੁਕਾਏ। ਇਹ ਯੋਗ ਸਾਧਨਾ ਦੇ ਹੱਠ ਕੁਝ ਨਹੀਂ ਸਵਾਰ ਸਕਦੇ। ਪ੍ਰਭੂ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਤੇ ਜੀਵਾਂ ਦੀ ਭਟਕਲਾਂ ਮੁਕਾਉਂਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਏ। ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰਦਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਅਸਲ ਯੋਗੀ ਗੁਰੂ ਦੀ ਦੱਸੀ ਸੇਵਾ ਕਰਦਾ ਹੈ। ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ। ਹਉਮੈ ਮਾਰੇ ਕਰਨੀ ਸਾਰ। ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ। ਇਹ ਹੈ ਉਸ ਯੋਗੀ ਦੀ ਸ੍ਰੇਸ਼ਟ ਕਰਨੀ। ਜਪ ਤਪ ਸੰਜਮ ਪਾਠ ਪੁਰਾਨ। ਉਹ ਯੋਗੀ ਦੇ ਜਪ ਤਪ ਸੰਜਮ ਅਤੇ ਪਾਠ ਪੁਰਾਨ ਆਦਿਕ ਧਾਰਮਿਕ ਪੁਸਤਕ ਇਹੀ ਹੈ। ਕਹੋ ਨਾਨਕ ਅਪਰੰਮ ਪ੍ਰਮਾਨ। ਹੇ ਨਾਨਕ ਉਹ ਬੇਅੰਤ ਪ੍ਰਭੂ ਦੀ ਸਿਫਤਸਲਾਹ ਵਿੱਚ ਆਪਣੇ ਆਪ ਨੂੰ ਗਿਝਾਉਣਾ। ਗਉੜੀ ਮਹਿਲਾ ਪਹਿਲਾ। ਖਿਮਾ ਗਹੀ ਵਰਤ ਸੀਲ ਸੰਤੋਖੰ। ਉਹ ਯੋਗੀ ਗ੍ਰਹਿਸਥ ਵਿੱਚ ਰਹਿ ਕੇ ਹੀ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾਉਂਦਾ ਹੈ। ਮਿੱਠਾ ਸੁਭਾਅ ਅਤੇ ਸੰਤੋਖ ਉਸਦਾ ਨਿੱਤ ਦਾ ਕਰਮ ਹਨ। ਰੋਗ ਨਾ ਵਿਆਪੇ ਨਾ ਜਮ ਦੋਖੰ। ਅਜਿਹੇ ਅਸਲ ਯੋਗੀ ਉੱਤੇ ਕਾਮ ਦੀ ਕੋਈ ਰੋਗ ਜ਼ੋਰ ਨਹੀਂ ਪਾ ਸਕਦਾ। ਉਸਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ। ਮੁਕਤ ਭਏ ਪਰਵ ਰੂਪ ਨਾ ਰੇਖੰ। ਅਜਿਹੇ ਯੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ ਕਿਉਂਕਿ ਉਹ ਰੂਪ ਰੇਖ ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਯੋਗੀ ਕੋ ਕੈਸਾ ਡਰ ਹੋਏ। ਅਸਲ ਯੋਗੀ ਨੂੰ ਮਾਇਆ ਦੇ ਸੂਰਮੇ ਕਾਮਦਿਕਾਂ ਦੇ ਹੱਲਿਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਜਿਸ ਤੋਂ ਘਬਰਾ ਕੇ ਉਹ ਗ੍ਰਹਿਸਥ ਛੱਡ ਕੇ ਨੱਸ ਜਾਏ। ਰੂਪ ਬ੍ਰਿਖ ਗ੍ਰਹਿ ਬਾਹਰ ਸੋਏ। ਰਹਾਉ ਉਸ ਨੂੰ ਰੂਖ ਬ੍ਰਿਖ ਗ੍ਰਹਿ ਬਾਹਰ ਸੋਏ। ਰਹਾਉ
ਉਸ ਨੂੰ ਰੁੱਖ ਬ੍ਰਿਖ ਵਿੱਚ, ਘਰ ਵਿੱਚ, ਬਾਹਰ, ਜੰਗਲ ਆਦਿਕ ਵਿੱਚ ਹਰ ਥਾਂ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ। ਨਿਰਭਉ ਜੋਗੀ ਨਿਰੰਜਨ ਧਿਆਵੈ। ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਉਸ ਨੂੰ ਜਿਹੜਾ ਮਨੁੱਖ ਸਿਮਰਦਾ ਹੈ ਉਹ ਹੈ ਅਸਲ ਜੋਗੀ। ਉਹ ਵੀ ਮਾਇਆ ਦੇ ਹੱਲਿਆਂ ਤੋਂ ਡਰਦਾ ਨਹੀਂ। ਉਸ ਨੂੰ ਕਿਉਂ ਲੋੜ ਪਏ ਗ੍ਰਹਿਸਥ ਤੋਂ ਭੱਜਣ ਦੀ। ਆਨ ਦਿਨ ਜਾਗੈ ਸੱਚ ਲਿਵ ਲਾਵੈ। ਉਸ ਤਾਂ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ ਸਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ। ਸੋ ਜੋਗੀ ਮੇਰੇ ਮਨ ਭਾਵੈ। ਮੇਰੇ ਮਨ ਵਿੱਚ ਉਹ ਜੋਗੀ ਪਿਆਰਾ ਲੱਗਦਾ ਹੈ, ਉਹੀ ਹੈ ਅਸਲ ਜੋਗੀ। ਕਾਲ ਜਾਲ ਬ੍ਰਹਮ ਅਗਨੀ ਜਾਰੇ। ਉਹ ਜੋਗੀ ਆਪਣੇ ਅੰਦਰ ਪ੍ਰਗਟ ਹੋਏ ਬ੍ਰਹਮ ਤੇ ਤੇਜ ਦੀ ਅੱਗ ਨਾਲ ਮੌਤ ਦੇ ਡਰ ਨੂੰ, ਜਾਲ ਨੂੰ, ਜਿਸ ਦੇ ਸਹਿਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ, ਸਾੜ ਦਿੰਦਾ ਹੈ। ਜਰਾ ਮਰਨ ਗਤ ਗਰਭ ਨਿਵਾਰੇ। ਉਹ ਜੋਗੀ ਦਾ ਬੁਢੇਪੇ ਦਾ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ। ਉਹ ਜੋਗੀ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲੈਂਦਾ ਹੈ। ਆਪ ਤਰੇ ਪਿਤਰੀ ਨਿਸਤਾਰੇ। ਉਹ ਆਪ ਹੀ ਸੰਸਾਰ ਸਮੂਹ ਤੋਂ ਪਾਰ ਲੰਘ ਜਾਂਦਾ ਤੇ ਆਪਣੇ ਪਿਤਰਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਸਤਿਗੁਰ ਸੇਵੇ ਸੋ ਜੋਗੀ ਹੋਏ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਹ ਅਸਲ ਜੋਗੀ ਬਣਦਾ ਹੈ। ਭੈ ਰਚ ਰਹੇ ਸੋ ਨਿਰਭਉ ਹੋਏ। ਉਹ ਪਰਮਾਤਮਾ ਦੇ ਡਰ ਅਦਬ ਵਿੱਚ ਜੀਵਨ ਪੱਧ ਤੇ ਤੁਰਦਾ ਹੈ। ਉਹ ਕਾਮਦਿਕ ਉਪਕਾਰਾਂ ਦੇ ਹੱਲਿਆਂ ਤੋਂ ਨਿਡਰ ਰਹਿੰਦਾ ਹੈ। ਜੈਸਾ ਸੇਵੇ ਤੈਸੋ ਹੋਏ। ਕਿਉਂ ਇਹ ਇੱਕ ਅਸੂਲ ਦੀ ਗੱਲ ਹੈ ਕਿ ਮਨੁੱਖ ਜਿਹੋ ਜਿਹੇ ਦੀ ਸੇਵਾ ਭਗਤੀ ਕਰਦਾ ਹੈ, ਇਹੋ ਜਿਹਾ ਆਪ ਬਣ ਜਾਂਦਾ ਹੈ। ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ। ਨਰ ਨਹਿ ਕੇਵਲ ਨਿਰਭਉ ਧਿਆਵੈ। ਨਰ ਨਹਿ ਕੇਵਲ ਨਿਰਭਉ ਨਾਉ। ਮਨੁੱਖ ਨਿਰਭਉ ਪਰਮਾਤਮਾ ਨਾਮ ਜਪ ਕੇ ਮਾਇਆ ਦੇ ਹੱਲਿਆਂ ਵੱਲੋਂ ਨਿਰਭਉ ਹੋ ਕੇ ਵਾਸ਼ਨਾ ਰਹਿਤ ਸ਼ੁੱਧ ਹੋ ਜਾਂਦਾ ਹੈ। ਅਨਾਥੈ ਨਾਥ ਕਰੇ ਵੱਲ ਜਾਊਂ। ਉਹ ਨਹੀਂ ਖਸਮਾਂ ਨੂੰ ਖਸਮ ਵਾਲਾ ਬਣਾ ਦਿੰਦਾ ਹੈ। ਉਹ ਹੈ ਅਸਲ ਜੋਗੀ ਤੇ ਅਜਿਹੇ ਜੋਗੀ ਤੋਂ ਮੈਂ ਕੁਰਬਾਨ ਹਾਂ। ਪੁਨਰਪ ਜਨਮ ਨਹੀਂ ਗੁਣ ਗਾਊਂ। ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ। ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਅੰਤਰ ਬਾਹਰ ਇੱਕੋ ਜਾਣੇ। ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਇੱਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ। ਗੁਰ ਕੈ ਸ਼ਬਦ ਆਪ ਪਛਾਣੇ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ। ਸਾਚੈ ਸ਼ਬਦ ਦਰ ਨਿਸ਼ਾਨੈ। ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਜੋਗੀ ਪਰਮਾਤਮਾ ਦਰ ਤੇ ਸਿਫਤ ਸਲਾਹ ਦੀ ਰਾਹਦਾਰੀ ਲੈ ਕੇ ਜਾਂਦਾ ਹੈ। ਸ਼ਬਦ ਮਰੇ ਤਿਸ ਨਿਜ ਘਰੋ ਆਸਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਵਿਕਾਰਾਂ ਵੱਲੋਂ ਮਰਦਾ ਹੈ, ਉਹ ਹੈ ਅਸਲ ਜੋਗੀ ਤੇ ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ। ਆਵੇ ਨਾ ਜਾਵੇ ਚੁੱਕੈ ਸਾਸਾ। ਉਸਦੀ ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ। ਉਹ ਭਟਕਣਾ ਵਿੱਚ ਨਹੀਂ ਪੈਂਦਾ। ਗੁਰ ਕੇ ਸ਼ਬਦ ਕਮਲ ਪ੍ਰਗਾਸਾ। ਗੁਰੂ ਦੇ ਸ਼ਬਦ ਵਿੱਚ ਜੁੜਿਆ ਉਸਦਾ ਹਿਰਦਾ ਕੌਲ ਸਦਾ ਖਿੜਿਆ ਰਹਿੰਦਾ ਹੈ। ਜੋ ਦਿਸੇ ਸੋ ਆਸ ਨਿਰਾਸਾ। ਜਗਤ ਵਿੱਚ ਜੋ ਵੀ ਦਿਸਦਾ ਹੈ ਉਹ ਡਿੱਠੀਆਂ ਹੋਈਆਂ ਆਸਾਂ ਵਾਲਾ ਦਿਸਦਾ ਹੈ। ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ। ਕਾਮ ਕ੍ਰੋਧ ਬਿਖ ਭੂਖ ਪਿਆਸਾ। ਹਰੇਕ ਨੂੰ ਕਾਮ ਦਾ ਜ਼ੋਰ, ਕਾਮ ਦਾ ਜ਼ਹਿਰ, ਕ੍ਰੋਧ ਦਾ ਜ਼ਹਿਰ ਮਾਰਦਾ ਜਾ ਰਿਹਾ ਹੈ। ਹਰੇਕ ਨੂੰ ਮਾਇਆ ਦੀ ਭੁੱਖ, ਮਾਇਆ ਦੀ ਤਰੇਲ ਲੱਗੀ ਹੋਈ ਹੈ। ਨਾਨਕ ਬਿਰਲੇ ਮਿਲਹਿ ਉਦਾਸਾ। ਹੇ ਨਾਨਕ, ਜਗਤ ਵਿੱਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ ਤੇ ਉਹੀ ਹਨ ਅਸਲ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।